हाँ जी मैम स्टार्ट। गुड मॉर्निंग स्टूडेंट्स। ਅੱਜ ਆਪਾਂ ਆਪਣੀ ਰੀਡਰ ਬੁੱਕ ਦੇ ਵਿੱਚ ਦਿੱਤੇ ਹੋਏ ਪਾਠ 15 ਜੀ ਕਰੇ ਕਵਿਤਾ ਨੂੰ ਪੜਾਂਗੇ ਤੇ ਉਹਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਇਹ ਕਵਿਤਾ ਕਵੀ ਪਰਮਿੰਦਰਜੀਤ ਸਿੰਘ ਦੀ ਲਿਖੀ ਹੋਈ ਆ। ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੀਆਂ ਦੋ ਇੱਛਾਵਾਂ ਦਾ ਜ਼ਿਕਰ ਕੀਤਾ ਆ। ਉਹ ਇੱਛਾਵਾਂ ਇਸ ਲਈ ਇਹ ਦੱਸਦਾ ਆ ਕਿ ਮੇਰੀਆਂ ਇੱਛਾਵਾਂ ਪੂਰੀਆਂ ਹੋਣ ਤਾਂ ਕਿ ਉਹ ਇਹਨਾਂ ਦੀ ਪੂਰਤੀ ਦੇ ਨਾਲ ਮਾਨਵਤਾ ਦੀ ਸਮੁੱਚੀ ਕਾਇਨਾਤ ਦੀ ਸੇਵਾ ਕਰ ਸਕੇ, ਜਿਸ ਦੇ ਨਾਲ ਲੋਕਾਂ ਦਾ ਭਲਾ ਹੋਵੇ। ਪਹਿਲੀ ਜਿਹੜੀ ਕਵਿਤਾ ਦੀ ਕਵੀ ਦੇ ਆਪਣੀ ਇੱਛਾ ਕਵਿਤਾ ਵਿੱਚ ਲਿਖੀ ਹੈਗੀ ਆ, ਉਹ ਹੈਗੀ ਆ ਉਸਦੀ ਰੁੱਖ ਬਣਨ ਦੀ, ਤੇ ਦੂਸਰੀ ਹੈ ਨਦੀ ਬਣਨ ਦੀ। ਪਹਿਲੀ ਉਹ ਕਵੀ ਆਪਣੀ ਇੱਛਾ ਦੇ ਵਿੱਚ ਦੱਸਦਾ ਆ ਕਿ ਜੇਕਰ ਮੈਂ ਰੁੱਖ ਬਣੂੰਗਾ ਤਾਂ ਉਹਦੇ ਨਾਲ ਚਾਰੇ ਪਾਸੇ ਕੀ ਹੋਏਗਾ, ਪੰਛੀਆਂ ਜਾਨਵਰਾਂ ਨੂੰ ਕੀ ਮਿਲੇਗਾ ਤੇ ਲੋਕਾਂ ਨੂੰ ਕਿਵੇਂ ਠੰਡੀਆਂ ਛਾਵਾਂ ਜਿਹੜੀਆਂ ਨੇ ਮੈਂ ਉਹ ਦੇ ਸਕਾਂਗਾ। ਸੋ ਆਓ ਬੱਚਿਓ, ਪਹਿਲਾਂ ਆਪਾਂ ਕਵੀ ਦੀ ਪਹਿਲੀ ਇੱਛਾ ਪੜਾਂਗੇ ਕਿ ਉਹ ਰੁੱਖ ਬਣ ਕੇ ਕੀ ਕੀ ਕਰਨਾ ਚਾਹੁੰਦਾ ਹੈ। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਕਾਵਿ ਸਤਰਾਂ ਦਾ ਪ੍ਰਸੰਗ ਕਰਾਂਗੇ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਭਾਗ 7 ਵਿੱਚ ਦਰਜ ਕਵੀ ਪਰਮਿੰਦਰਜੀਤ ਸਿੰਘ ਦੀ ਰਚਨਾ ਜੀ ਕਰੇ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਕਾਵਿ ਸਤਰਾਂ ਵਿੱਚ ਕਵੀ ਨੇ ਆਪਣੀ ਪਹਿਲੀ ਇੱਛਾ ਦੱਸਦਿਆਂ ਹੋਇਆਂ ਇਹ ਦੱਸਿਆ ਹੈ ਕਿ ਉਹ ਰੁੱਖ ਬਣ ਕੇ ਪੂਰੀ ਮਾਨਵਤਾ ਦੀ ਸੇਵਾ ਕਰਨਾ ਚਾਹੁੰਦਾ ਹੈ। ਬੱਚੇ, ਇਹ ਆਪਣਾ ਜਿਹੜਾ ਸੀਗਾ ਕਵਿਤਾ ਦਾ ਪ੍ਰਸੰਗ ਸੀ। ਹੁਣ ਆਪਾਂ ਇਹਦੀ ਵਿਆਖਿਆ ਕਰਾਂਗੇ। ਵਿਆਖਿਆ ਕਰਨ ਤੋਂ ਪਹਿਲਾਂ ਆਪਾਂ ਕਵਿਤਾ ਦੀਆਂ ਲਾਈਨਾਂ ਪੜਾਂਗੇ, ਫਿਰ ਉਹਨਾਂ ਨੂੰ ਇੱਕ ਇੱਕ ਕਰਕੇ ਉਹਨਾਂ ਦੀ ਵਿਆਖਿਆ ਕਰਾਂਗੇ। ਜੀ ਕਰੇ ਮੈਂ ਬਿਰਖ ਬਣਾ, ਸਭ ਨੂੰ ਹਰਿਆਵਲ ਦੇਵਾਂ, ਦੇਵਾਂ ਠੰਡੀਆਂ ਛਾਵਾਂ। ਇੱਥੇ ਕਵੀ ਆਪਣੀ ਮਨ ਦੀ ਇੱਛਾ ਦੱਸਦਾ ਆ ਕਿ ਮੇਰਾ ਮਨ, ਜੀ ਮਨ ਕਹਿੰਦਾ ਹੈ ਕਿ ਮੈਂ ਰੁੱਖ ਬਣਾ। ਬਿਰਖ ਰੁੱਖ। ਕਵੀ ਕਹਿੰਦਾ ਹੈ ਕਿ ਮੇਰੀ ਮਨ ਦੀ ਇੱਛਾ ਹੈ ਕਿ ਮੈਂ ਰੁੱਖ ਬਣਾ, ਰੁੱਖ ਬਣ ਕੇ ਸਾਰੀ ਧਰਤੀ ਤੇ ਹਰਿਆਲੀ ਹੀ ਹਰਿਆਲੀ ਕਰ ਦੇਵਾਂ ਤੇ ਸਾਰਿਆਂ ਨੂੰ ਠੰਡੀਆਂ ਠੰਡੀਆਂ ਛਾਵਾਂ ਦੇਵਾਂ। ਪੰਛੀਆਂ ਦੇ ਆਲਣੇ ਸਜਾਵਾਂ, ਕੁਦਰਤ ਦਾ ਰਸ ਭਰਿਆ ਕੋਮਲ, ਸਭ ਨੂੰ ਗੀਤ ਸੁਣਾਵਾਂ। ਕਹਿੰਦਾ ਜੇ ਮੈਂ ਰੁੱਖ ਬਣਿਆ ਤਾਂ ਮੈਂ ਆਪਣੇ ਉੱਪਰ ਪੰਛੀਆਂ ਦੇ ਆਲਣੇ, ਨੈਸਟ, ਆਲਣੇ ਜਿਹੜੇ ਆ ਉਹ ਬਣਾਵਾਂਗਾ, ਭਾਵ ਮੇਰੇ ਉੱਪਰ ਪੰਛੀ ਰਹਿਣ ਬਸੇਰਾ ਕਰਨਗੇ। ਤੇ ਮੈਂ ਕੁਦਰਤ ਦਾ ਜਿਹੜਾ ਮਿੱਠਾ ਗੀਤ, ਰਸ ਭਰਿਆ ਮਿੱਠਾ, ਕੋਮਲ ਨਰਮ, ਦਿਲ ਨੂੰ ਛੂਹਣ ਵਾਲਾ ਗੀਤ ਸੁਣਾਵਾਂਗਾ। ਕਿਹਦੇ ਦੁਆਰਾ? ਉਸ ਪੰਛੀਆਂ ਦੀ ਆਵਾਜ਼ ਦੇ ਦੁਆਰਾ। ਜਦੋਂ ਉਹ ਪੰਛੀ ਆਲਣੇ ਬਣਾ ਕੇ ਰੁੱਖ ਦੇ ਉੱਪਰ ਰਹਿਣਗੇ ਤਾਂ ਖੁਸ਼ ਹੋ ਕੇ ਕੁਦਰਤ ਦਾ ਮਿੱਠਾ, ਕੋਮਲ, ਮਨ ਨੂੰ ਛੂਹਣ ਵਾਲਾ ਗੀਤ ਸੁਣਾਉਣਗੇ। ਬੇਪਰਵਾਹੇ ਪਾਣੀ ਰੋਕਾਂ, ਧਰਤੀ ਦੇ ਸੀਨੇ ਵਿੱਚ ਰੁਮਕਾਂ। ਜਿਹੜੇ ਰੁੱਖ ਹੁੰਦੇ ਨੇ, ਤੁਹਾਨੂੰ ਵੀ ਪਤਾ ਆ ਕਿ ਜਦੋਂ ਜਿੱਥੇ ਹੜ੍ਹ ਕਿੱਥੇ ਆਉਂਦੇ ਆ, ਜ਼ਿਆਦਾਤਰ ਮੈਦਾਨੀ ਏਰੀਏ ਦੇ ਵਿੱਚ। ਮੈਦਾਨੀ ਏਰੀਆ ਕਿ ਜੋ ਬਿਲਕੁਲ ਹੀ ਸਮਤਲ ਹੁੰਦਾ ਆ, ਜਿੱਥੇ ਕਿ ਆਪਾਂ ਹੁਣ ਰਹਿੰਦੇ ਆ। ਪੰਜਾਬ ਦਾ ਏਰੀਆ ਕੀ ਆ? ਮੈਦਾਨੀ ਏਰੀਆ। ਤਾਂ ਹੀ ਇੱਥੇ ਫਲੱਡ ਜਿਹੜੇ ਆ ਉਹ ਜਲਦੀ ਆ ਜਾਂਦੇ ਆ, ਕਿਉਂਕਿ ਨਦੀਆਂ ਦਰਿਆਵਾਂ ਦੇ ਵਿੱਚ ਜਦੋਂ ਮੀਂਹਾਂ ਦੇ ਕਾਰਨ ਪਾਣੀ ਜ਼ਿਆਦਾ ਹੋ ਜਾਂਦਾ ਆ ਤਾਂ ਉਹ ਉੱਥੇ ਨਦੀਆਂ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਆ, ਜਿਸ ਕਰਕੇ ਹੜ੍ਹ ਆ ਜਾਂਦੇ ਆ। ਔਰ ਜਿੱਥੇ ਰੁੱਖ ਜ਼ਿਆਦਾ ਹੋਣਗੇ ਉੱਥੇ ਇਹ ਪਾਣੀ ਨੂੰ ਰੋਕ ਲੈਂਦੇ ਆ, ਉੱਥੇ ਹੜ੍ਹ ਆਉਣ ਦੀ ਸੰਭਾਵਨਾ ਘਟ ਜਾਂਦੀ ਹੈ। ਇੱਥੇ ਕਵੀ ਉਹੀ ਦੱਸਦਾ ਆ ਕਿ ਮੈਂ ਰੁੱਖ ਬਣ ਕੇ ਜੋ ਨਦੀਆਂ, ਨਾਲਿਆਂ, ਦਰਿਆਵਾਂ ਵਿੱਚੋਂ ਪਾਣੀ ਬੇਪਰਵਾਹ ਹੋ ਕੇ ਬਾਹਰ ਨਿਕਲਦਾ ਹੈ ਉਸਨੂੰ ਰੋਕ ਲਵਾਂਗਾ। ਧਰਤੀ ਦੇ ਸੀਨੇ ਵਿੱਚ ਰੁਮਕਾਂ ਅਤੇ ਉਸ ਪਾਣੀ ਨੂੰ ਧਰਤੀ ਦੇ ਹੇਠਾਂ ਸਮਾ ਦੇਵਾਂਗਾ। ਸੀਨੇ ਵਿੱਚ ਰੁਮਕਾਂ, ਧਰਤੀ ਦੇ ਹੇਠਾਂ ਪਹੁੰਚਾ ਦੇਣਾ, ਸਮਾ ਜਾਣਾ। ਬੱਦਲਾਂ ਨੂੰ ਬਾਜਾਂ ਮਾਰ ਬੁਲਾਵਾਂ, ਕਿਣਮਿਣ ਬਰਸੇ ਮੇਘਲਾ। ਮੇਘਲਾ ਹੁੰਦਾ ਬੱਦਲ, ਮੀਂਹ। ਕਹਿੰਦਾ ਜਦੋਂ ਧਰਤੀ ਦੇ ਉੱਪਰ ਪਾਣੀ ਦੀ ਕਮੀ ਹੋਊਗੀ ਤਾਂ ਮੈਂ ਬੱਦਲਾਂ ਨੂੰ ਆਪ ਆਵਾਜ਼ਾਂ ਮਾਰ ਮਾਰ ਕੇ ਬੁਲਾਵਾਂਗਾ। ਕਿਸ ਤਰ੍ਹਾਂ ਬੁਲਾਵਾਂਗਾ? ਕਿ ਜਿੱਥੇ ਹਰਿਆਲੀ ਹੁੰਦੀ ਆ, ਤੁਹਾਨੂੰ ਵੀ ਪਤਾ ਆ, ਤੁਸੀਂ ਸਾਰੇ
ਸਾਇੰਸ ਪੜ੍ਹਦੇ ਹੋ, SST ਪੜ੍ਹਦੇ ਹੋ, ਉਹਦੇ ਵਿੱਚ ਵੀ ਤੁਹਾਨੂੰ ਦੱਸਿਆ ਜਾਂਦਾ ਆ ਕਿ ਜਿੱਥੇ ਰੁੱਖ ਜ਼ਿਆਦਾ ਹੁੰਦੇ ਨੇ, ਹਰਿਆਲੀ ਜ਼ਿਆਦਾ ਹੁੰਦੀ ਹੈ, ਉੱਥੇ ਮੀਂਹ ਵੀ ਜ਼ਿਆਦਾ ਪੈਂਦੇ ਆ। ਕਹਿੰਦਾ ਕਿ ਜਦੋਂ ਧਰਤੀ ਦੇ ਉੱਪਰ ਪਾਣੀ ਦੀ ਕਮੀ ਹੋਏਗੀ, ਮੈਂ ਆਪ ਬੱਦਲਾਂ ਨੂੰ ਵਾਜਾਂ ਮਾਰ ਕੇ ਬੁਲਾਵਾਂਗਾ ਤੇ ਧਰਤੀ ਦੇ ਉੱਪਰ ਜਿਹੜਾ ਮੀਂਹ ਹੈਗਾ ਆ ਉਹ ਕਿਣ-ਮਿਣ ਕਰਕੇ ਬਰਸੇਗਾ, ਪਵੇਗਾ। ਮੈਂ ਹੋਰ ਹਰਾ ਹੋ ਜਾਵਾਂ, ਫਿਰ ਉਸ ਮੀਂਹ ਦੇ ਪਾਣੀ ਨਾਲ ਮੈਂ ਫੇਰ ਤੋਂ ਹਰਾ ਭਰਾ ਹੋ ਜਾਵਾਂਗਾ। ਸਭ ਨੂੰ ਦੇਵਾਂ ਠੰਡੀਆਂ ਛਾਵਾਂ। ਇਸ ਤਰ੍ਹਾਂ ਮੈਂ ਸਾਰਿਆਂ ਨੂੰ ਠੰਡੀ ਛਾਂ ਦੇ ਕੇ, ਵਧੀਆ ਆਕਸੀਜਨ ਦੇ ਕੇ, ਸ਼ੁੱਧ ਹਵਾ ਦੇ ਕੇ, ਸਭ ਦੀ ਸਾਰੀ ਹੀ ਜਨਤਾ ਦਾ, ਸਾਰੀ ਮਾਨਵਤਾ ਦਾ ਭਲਾ ਕਰਾਂਗਾ। ਸੋ ਬੱਚਿਓ, ਇਸ ਦੇ ਵਿੱਚ ਕਵੀ ਨੇ ਆਪਣੀ ਪਹਿਲੀ ਇੱਛਾ ਰੁੱਖ ਬਣ ਕੇ ਦੱਸੀ ਹੈਗੀ ਆ ਕਿ ਉਹ ਧਰਤੀ ਉੱਪਰ ਹਰਿਆਲੀ ਫੈਲਾ ਦੇਵੇਗਾ, ਸਾਰਿਆਂ ਨੂੰ ਠੰਡੀਆਂ ਛਾਵਾਂ ਦੇਵੇਗਾ, ਸ਼ੁੱਧ ਹਵਾ ਦੇਵੇਗਾ, ਪੰਛੀਆਂ ਦੇ ਆਲਣੇ ਆਪਣੇ ਉੱਪਰ ਸਜਾ ਕੇ ਕੁਦਰਤ ਦਾ ਕੋਮਲ ਦਿਲ ਨੂੰ ਛੋਹਣ ਭਰਿਆ ਮਿੱਠਾ ਗੀਤ ਸੁਣਾਵੇਗਾ, ਧਰਤੀ ਦੇ ਹੜ੍ਹ ਆਉਣ ਤੋਂ ਰੋਕੇਗਾ। ਜੇਕਰ ਧਰਤੀ ਦੇ ਉੱਪਰ ਸੋਕਾ ਪੈ ਜਾਂਦਾ ਹੈ ਤਾਂ ਉਹ ਬੱਦਲਾਂ ਨੂੰ ਬੁਲਾ ਕੇ ਇੱਥੇ ਮੀਂਹ ਪਵਾਏਗਾ ਤਾਂ ਜੋ ਧਰਤੀ ਫਿਰ ਤੋਂ ਹਰੀ ਭਰੀ ਹੋ ਜਾਵੇ। ਇਸ ਤਰ੍ਹਾਂ ਉਹ ਪੂਰੀ ਮਾਨਵਤਾ ਦੀ ਠੰਡੀਆਂ ਛਾਵਾਂ, ਸ਼ੁੱਧ ਹਵਾ ਦੇ ਕੇ ਸੇਵਾ ਕਰਨੀ ਚਾਹੁੰਦਾ ਹੈ। ਹੁਣ ਆਪਾਂ ਕਵੀ ਦੀ ਦੂਸਰੀ ਇੱਛਾ ਪੜਾਂਗੇ, ਜਿਹਦੇ ਵਿੱਚ ਉਹਨੇ ਨਦੀ ਬਣਨ ਦੀ ਗੱਲ ਕੀਤੀ ਹੈ। ਜੀ ਕਰੇ ਮੈਂ ਨਦੀ ਬਣਾ। ਹੁਣ ਜਦੋਂ ਤੁਸੀਂ ਪ੍ਰਸੰਗ ਲਿਖਣਾ ਆ ਤਾਂ ਬੁੱਕ ਦਾ ਨਾਮ, ਕਵੀ ਦਾ ਨਾਮ, ਕਵਿਤਾ ਦਾ ਨਾਮ ਲਿਖਣ ਤੋਂ ਪਹਿਲਾਂ ਲਾਸਟ ਦੇ ਵਿੱਚ ਤੁਸੀਂ ਇਹਦੇ ਵਿੱਚ ਇਹ ਲਿਖ ਦੇਣਾ ਆ ਕਿ ਇਹਨਾਂ ਕਾਵਿ ਸਤਰਾਂ ਦੇ ਵਿੱਚ ਕਵੀ ਨੇ ਆਪਣੀ ਦੂਸਰੀ ਇੱਛਾ ਨਦੀ ਬਣ ਕੇ ਮਾਨਵਤਾ ਦੀ ਸੇਵਾ ਕਰਨ ਬਾਰੇ ਦੱਸਿਆ ਹੈ। ਜੀ ਕਰੇ ਮੈਂ ਨਦੀ ਬਣਾ ਤੇ ਸਭ ਨੂੰ ਨੀਰ ਪਿਆਵਾਂ। ਹੁਣ ਦੂਸਰੀ ਇੱਛਾ ਕਵੀ ਕੀ ਦੱਸ ਰਿਹਾ ਸਾਨੂੰ? ਨਦੀ ਬਣਨ ਦੀ, ਜਿੱਥੇ ਸਦਾ ਹੀ ਪਾਣੀ ਚੱਲਦਾ ਰਵੇ, ਕਦੇ ਵੀ ਉਹ ਸੁੱਕੇ ਨਾ। ਕਵੀ ਕਹਿੰਦਾ ਕਿ ਪਹਿਲਾਂ ਉਹ ਦੱਸਦਾ ਕਿ ਮੈਂ ਰੁੱਖ ਬਣਾ, ਸੋ ਠੰਡੀਆਂ ਛਾਵਾਂ ਦੇਵਾਂ, ਸ਼ੁੱਧ ਹਵਾ ਦੇਵਾਂ, ਧਰਤੀ ਨੂੰ ਹਰ ਤਰ੍ਹਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਾਂ। ਦੂਸਰੀ ਇੱਛਾ ਦੇ ਵਿੱਚ ਉਹ ਦੱਸਦਾ ਆ ਕਿ ਮੈਂ ਨਦੀ ਬਣ ਕੇ ਸਾਰਿਆਂ ਨੂੰ ਨੀਰ ਪਾਣੀ, ਸਾਰਿਆਂ ਨੂੰ ਠੰਡਾ ਪਾਣੀ ਪਿਲਾਵਾਂ, ਧਰਤੀ, ਪੰਛੀ ਤੇ ਮਾਨਵ ਦੀ ਹਰ ਪਲ ਪਿਆਸ ਬੁਝਾਵਾਂ। ਇਸ ਧਰਤੀ ਤੇ ਰਹਿਣ ਵਾਲੇ ਜਿੰਨੇ ਵੀ ਜੀਵ ਜੰਤੂ ਹਨ, ਜਿਨ੍ਹਾਂ ਦੇ ਵਿੱਚ ਪੰਛੀ, ਮਨੁੱਖ, ਸਾਰਿਆਂ ਦੀ ਹਮੇਸ਼ਾ ਮੈਂ ਪਿਆਸ ਬੁਝਾਉਂਦਾ ਰਹਾਂਗਾ। ਕਣ ਕਣ ਨੂੰ ਮਹਿਕਾਵਾਂ। ਉਸ ਨਦੀ ਦਾ ਪਾਣੀ ਧਰਤੀ ਦੇ ਜਿਸ ਕਣ ਤੇ ਜਾਵੇ, ਉਸ ਕਣ ਕਣ ਦੇ ਵਿੱਚੋਂ ਮਿੱਟੀ ਦੀ ਸੋਹਣੀ ਮਹਿਕ ਆਵੇ, ਹਰਿਆਲੀ ਫੈਲ ਜਾਵੇ, ਸ਼ਹਿਰ ਗਰਾਂ ਤੱਕ ਜਾਵਾਂ। ਗਰਾਂ ਹੁੰਦੇ ਆ ਪਿੰਡ। ਮੈਂ ਨਦੀ ਬਣ ਕੇ ਸ਼ਹਿਰਾਂ ਤੋਂ ਪਿੰਡਾਂ ਤੱਕ, ਪਿੰਡਾਂ ਤੋਂ ਸ਼ਹਿਰਾਂ ਤੱਕ ਚੱਲਦਾ ਰਵਾਂ। ਭਾਵ ਕਿ ਉਹ ਨਦੀ ਬਣ ਕੇ ਪਾਣੀ ਦੇ ਰੂਪ ਵਿੱਚ ਹਮੇਸ਼ਾ ਚੱਲਦਾ ਹੀ ਰਹਿਣਾ ਚਾਹੁੰਦਾ ਹੈ, ਰੁਕਣਾ ਨਹੀਂ। ਮੈਂ ਨਦੀ ਬਣਾ, ਇਸੇ ਲਈ ਕਹਿੰਦਾ ਮੇਰੀ ਦੂਸਰੀ ਇੱਛਾ ਹੈ ਕਿ ਮੈਂ ਨਦੀ ਬਣ ਜਾਵਾਂ। ਕਲਰਾਂ ਬੰਜਰਾਂ ਦੀ ਹਿੱਕ ਚੋਂ ਮੈਂ ਹਰਿਆਲੀ ਉਪਜਾਵਾਂ। ਕਹਿੰਦਾ ਜਿਹੜੀ ਧਰਤੀ ਰੇਤਲੀ ਆ, ਜਿਹੜੀ ਧਰਤੀ ਬੰਜਰ ਆ, ਅਣਉਪਜਾਊ ਆ, ਜਿਸ ਦੇ ਵਿੱਚ ਕਦੇ ਵੀ ਕੋਈ ਫਸਲ ਨਹੀਂ ਉੱਗੀ ਹੁੰਦੀ, ਉਸ ਦੇ ਵਿੱਚੋਂ ਵੀ ਮੈਂ ਹਰਿਆਲੀ ਨੂੰ ਉਗਾਉਣ ਦੀ ਕੋਸ਼ਿਸ਼ ਕਰਾਂ, ਫਸਲਾਂ ਨੂੰ ਪੈਦਾ ਕਰਾਂ। ਮੈਂ ਨਦੀ ਬਣਾ ਤੇ ਜਲ ਦਾ ਗੀਤ ਸੁਣਾਵਾਂ। ਜਦੋਂ ਪਾਣੀ ਚੱਲਦਾ ਆ ਤਾਂ ਪਾਣੀ ਦੇ ਚੱਲਣ ਦੀ ਕਲਕਲ ਦੀ ਆਵਾਜ਼ ਆਉਂਦੀ ਆ। ਉਸ ਕਲਕਲ ਦੀ ਆਵਾਜ਼ ਵਿੱਚੋਂ ਵੀ ਇੱਕ ਸੰਗੀਤ ਉਪਜਦਾ ਆ, ਇੱਕ ਸੰਗੀਤ ਸਾਨੂੰ ਸੁਣਾਈ ਦਿੰਦਾ ਹੈ। ਕਹਿੰਦਾ ਉਹ ਨਦੀ ਬਣ ਕੇ ਮੈਂ ਜਿਹੜਾ ਇੱਕ ਪਾਣੀ ਦਾ ਸੰਗੀਤ ਆ, ਉਹਦੇ ਜ਼ਰੀਏ ਪਾਣੀ ਦੇ ਗੀਤ ਲੋਕਾਂ ਨੂੰ ਸੁਣਾਵਾਂ। ਭਾਵ ਮੈਂ ਸਾਰੇ ਹੀ ਜੀਵਾਂ ਦੀ ਪਿਆਸ ਬੁਝਾ ਕੇ, ਧਰਤੀ ਨੂੰ ਉਪਜਾਊ ਕਰਕੇ, ਧਰਤੀ ਦੇ ਕਣ ਕਣ ਨੂੰ ਮਹਿਕਾ ਕੇ ਪੂਰੀ ਮਾਨਵਤਾ ਦੀ ਸੇਵਾ ਕਰਾਂ। ਦੋਨਾਂ ਹੀ ਇੱਛਾਵਾਂ ਦੇ ਵਿੱਚ ਕਵੀ ਨੇ ਰੁੱਖ ਬਣ ਕੇ, ਨਦੀ ਬਣ ਕੇ ਮਾਨਵਤਾ ਦੀ ਸੇਵਾ ਕਰਨ ਬਾਰੇ ਦੱਸਿਆ ਹੈ। ਬੇਟਾ ਇਹ ਸੀਗੀ ਆਪਣੀ ਕਵਿਤਾ ਜੀ ਕਰੇ।
ਜਿਸ ਦੇ ਵਿੱਚ ਸਾਨੂੰ ਕਵੀ ਨੇ ਆਪਣੀ ਪਹਿਲੀ ਇੱਛਾ ਦੇ ਵਿੱਚ ਰੁੱਖ ਬਣਨ ਦੇ ਲਈ, ਰੁੱਖ ਬਣ ਕੇ ਧਰਤੀ ਉੱਪਰ ਹਰਿਆਲੀ ਫੈਲਾਉਣ ਵਾਸਤੇ, ਠੰਡੀਆਂ ਛਾਵਾਂ ਦੇਣ, ਸ਼ੁੱਧ ਹਵਾ ਦੇਣ ਤੇ ਕੁਦਰਤ ਦੇ ਮਿੱਠੇ ਗੀਤ ਪੰਛੀਆਂ ਦੇ ਸੁਣਾਉਣ ਬਾਰੇ ਦੱਸਿਆ ਹੈ। ਧਰਤੀ ਦੇ ਉੱਪਰ ਹੜ੍ਹ ਤੇ ਸੋਕੇ ਨੂੰ ਖਤਮ ਕਰਨ ਬਾਰੇ ਵੀ ਉਹਨੇ ਦੱਸਿਆ ਹੈ। ਦੂਸਰੀ ਆਪਣੀ ਇੱਛਾ ਦੇ ਵਿੱਚ ਉਹ ਨਦੀ ਬਣ ਕੇ ਧਰਤੀ ਉੱਪਰ ਰਹਿਣ ਵਾਲੇ ਸਾਰੇ ਜੀਵ ਜੰਤੂਆਂ ਦੀ ਪਿਆਸ ਬੁਝਾਉਣੀ ਚਾਹੁੰਦਾ ਹੈ। ਧਰਤੀ ਦੇ ਕਣ ਕਣ ਨੂੰ ਮਹਿਕਾਉਣਾ ਚਾਹੁੰਦਾ ਹੈ। ਸ਼ਹਿਰਾਂ ਤੋਂ ਪਿੰਡਾਂ ਤੱਕ, ਪਿੰਡਾਂ ਤੋਂ ਸ਼ਹਿਰਾਂ ਤੱਕ ਜਾਣਾ ਚਾਹੁੰਦਾ ਹੈ। ਰੇਤਲੀ ਤੇ ਅਣਉਪਜਾਊ ਧਰਤੀ ਵਿੱਚੋਂ ਹਰਿਆਲੀ ਫਸਲਾਂ ਨੂੰ ਪੈਦਾ ਕਰਨਾ ਚਾਹੁੰਦਾ ਹੈ ਅਤੇ ਮਾਨਵਤਾ ਨੂੰ ਪਾਣੀ ਦਾ ਗੀਤ ਸੁਣਾਉਣਾ ਚਾਹੁੰਦਾ ਹੈ। ਇਹ ਆਪਾਂ ਨੇ ਕਵਿਤਾ ਪੜ੍ਹੀ ਹੈਗੀ ਆ। ਤੁਸੀਂ ਸਾਰਿਆਂ ਨੇ ਇਸ ਕਵਿਤਾ ਨੂੰ ਪੜ੍ਹ ਕੇ ਇਹਦੀ ਪ੍ਰਸੰਗ ਸਹਿਤ ਵਿਆਖਿਆ ਪੜ੍ਹਨੀ ਹੈ। Thank you ਬੱਚੇ for your cooperation.